The farm bills have been passed by both houses of parliament. Trinamool Congress MP is saying that the rules have been completely rejected. Welcome back. On your screens are the latest visuals from the Shambu border along the Patiala-Ambala area. This is the Patiala-Ambala highway, which is where you've got farmers there continuing to stage in agitation, continuing to attempt to move into Haryana and then subsequently into the national capital. We've seen water cannons being used, tear gas shells being fired. ਹਜ਼ਾਰਾਂ ਸਾਲਾਂ ਤੋਂ ਸਾਡਾ ਕੈਰੈਕਟਰ ਹੈ, ਕਿਰਦਾਰ ਹੈ ਜਿਹੜਾ ਉਹ ਗੁਲਾਮੀ ਵਾਲਾ ਰਿਹਾ, ਤਾਂ ਅਸੀਂ ਗੁਲਾਮਾਂ ਵਾਂਗੂ ਹੀ ਵਿਹਾਰ ਕਰਦੇ ਹਾਂ, ਭਾਵੇਂ ਕਿ ਅਸੀਂ ਰਾਜਸੀ ਜਮਾਤ ਬਣ ਗਏ। ਤੋ ਸਾਡੇ ਵਿੱਚੋਂ ਗੁਲਾਮੀ ਨਹੀਂ ਜਾਂਦੀ, ਤੋ ਅਸੀਂ ਮਤਲਬ ਕਿ ਐਵੇਂ ਭੈੜੀਆਂ ਹਰਕਤਾਂ 'ਤੇ ਉਤਰੇ ਆਉਂਦੇ ਹਾਂ, ਨੀਚ ਹਰਕਤਾਂ 'ਤੇ ਉਤਰੇ ਆਉਂਦੇ ਹਾਂ। I think they are justified in the way they are protesting because that's their right. उनको ये परेशानी है कि जगह घिरी हुई है, लोग वहाँ जा नहीं सकते, आ नहीं सकते, बहुत ज़्यादा दिक्कतें हो रही हैं। सच बोलूँ तो नहीं हो रही है, क्योंकि मैं भी फरीदाबाद से आई हूँ, मेरा कॉलेज नोएडा में है। वो इतना इन्वॉल्व नहीं हो रहे हैं पब्लिक के मैटर में। किसी की तो माननी ही पड़ेगी। अब आप सुप्रीम कोर्ट की भी नहीं मान रहे, ना आप जो है पार्लियामेंट की मान रहे हो। देखो, इस मूवमेंट ਦੇ ਬਾਰੇ ਇਹ ਜਿਹੜੀ ਗੱਲ ਜਾਣਨੀ ਬੜੀ ਜ਼ਰੂਰੀ ਹੈ ਕਿ ਜਦ ਕਾਨੂੰਨ ਤੇ ਸਾਰੇ ਦੇਸ਼ ਲਈ ਬਣੇ ਆ, ਜਿਹੜੇ ਮੋਦੀ ਜੀ ਨੇ ਕੇਂਦਰੀ ਸਰਕਾਰ ਨੇ ਬਣਾਏ ਆ, ਤੇ ਪੰਜਾਬ ਦੇ ਵਿੱਚ ਇੱਕਦਮ ਭਬਾਕੇ ਵਾਂਗੂ ਇਹ ਮੂਵਮੈਂਟ ਕਿਵੇਂ ਉੱਠ ਗਈ। ਇਹਦੇ 'ਚ ਮੈਨੂੰ ਲੱਗਦਾ ਉਹਦੀਆਂ ਦੋ ਕਾਰਨ ਹੈਗੇ ਆ। ਇੱਕ ਤੇ ਹੈਗੇ ਆ ਜਿਹੜੀਆਂ ਉਹਨਾਂ ਦੀਆਂ ਆਬਜੈਕਟਿਵ ਕੰਡੀਸ਼ਨਸ ਜਿਨ੍ਹਾਂ ਨੂੰ ਕਹਿੰਦੇ ਆ, ਜਿਸ ਵਿੱਚੋਂ ਪੰਜਾਬ ਤਰਾਸਦੀ ਵਿੱਚੋਂ ਪਹਿਲਾਂ ਹੀ ਗੁਜ਼ਰ ਰਿਹਾ। ਕੁਛ ਨਸ਼ਿਆਂ ਦਾ ਰੌਲਾ ਬਾਹਰ ਪਿਆ ਹੋਇਆ ਸੀ, ਉਹ ਤੇ ਚਲੋ ਕਿੰਨਾ ਕੁ ਕਿੰਨਾ ਨਹੀਂ, ਉਹ ਤੇ ਹੁਣ ਉਹਦਾ ਹੀਜ ਪਿਆਜ਼ ਨੰਗਾ ਹੋ ਜਾਊਗਾ। ਪਰ ਜ਼ਿਆਦਾਤਰ ਜਿਹੜੀ ਬੇਰੁਜ਼ਗਾਰੀ, ਐਜੂਕੇਸ਼ਨ ਸਿਸਟਮ ਦਾ ਟੱਠੇ ਹੋਣਾ, ਹੈਲਥ ਸਿਸਟਮ ਦਾ ਬਹੁਤ ਪੂਅਰ ਹੋਣਾ, ਅਲੱਗ-ਅਲੱਗ ਮਾਫੀਆ, ਰੇਤਾ ਮਾਫੀਆ, ਇਹ ਮਾਫੀਆ ਸਾਰੇ ਦਾ ਕੰਮ ਕਰਨਾ, ਕਿਸਾਨੀ ਦੇ ਉੱਤੇ ਬਹੁਤ ਸਾਰਾ ਕਰਜ਼ਾ, 80-90 ਹਜ਼ਾਰ ਕਰੋੜ ਰੁਪਈਆ ਕਰਜ਼ਾ ਚੜ੍ਹਿਆ ਹੋਣਾ, ਸਾਡੀ ਜ਼ਮੀਨ ਦਾ ਬਿਮਾਰ ਹੋਣਾ, ਪਾਣੀ ਥੱਲੇ ਚਲੇ ਜਾਣਾ ਜ਼ਮੀਨਾਂ ਦਾ ਬਹੁਤ। ਅਤੇ ਇਸ ਖੇਤੀ ਦੇ ਸੰਕਟ ਦੇ ਵਿੱਚੋਂ ਜਿੱਦਾਂ ਹਵਾ ਦਾ ਵੀ ਬੁਰਾ ਹਾਲ ਆ, ਪਾਣੀ ਦਾ ਵੀ ਵੈਸੇ ਬੁਰਾ, ਪੀਣ ਵਾਲਾ ਪਾਣੀ ਨਹੀਂ ਕੁਛ ਏਰੀਏ ਦੇ ਵਿੱਚ ਹੈਗਾ। ਇਹ ਸਾਰੀਆਂ ਕੰਡੀਸ਼ਨਸ ਲੋਕਾਂ ਨੂੰ ਬਹੁਤ ਪਰੇਸ਼ਾਨ ਕਰ ਰਹੀਆਂ ਸੀ। ਲੰਬੀ ਦੇਰ ਤੋਂ ਚਰਚਾ ਹੁੰਦੀ ਸੀ, ਲੋਕ ਰਾਹ ਲੱਭ ਰਹੇ ਸੀਗੇ, ਪਰ ਰਾਹ ਲੱਭਦਾ ਨਹੀਂ ਸੀ। ਜਿਹੜੇ ਤਾਜ਼ਾ ਅੰਕੜੇ ਅਸੀਂ ਇਕੱਠੇ ਕੀਤੇ ਨੇ, ਉਹ 'ਚ ਕੋਈ 12-13% ਪਿੰਡਾਂ ਦੀਆਂ ਫੈਮਿਲੀ ਐਸੀਆਂ ਨੇ ਜਿਨ੍ਹਾਂ ਦੇ ਇੱਕ ਜਾਂ ਦੋ ਬੱਚੇ ਜਿਹੜੇ ਨੇ ਬਾਹਰ ਕੰਮ ਕਰਦੇ ਆ। ਕੋਈ ਇੱਥੇ ਰੁਜ਼ਗਾਰ ਹੀ ਖਤਮ ਹੋ ਗਿਆ। ਔਰ ਪਿਛਲੇ ਸਾਲਾਂ ਦੇ ਵਿੱਚ ਸਰਕਾਰੀ ਨੌਕਰੀਆਂ ਭਰੀਆਂ ਨਹੀਂ ਗਈਆਂ, ਜਿਹੜੀਆਂ ਭਰੀਆਂ ਗਈਆਂ ਕੰਟਰੈਕਟ 'ਤੇ ਭਰੀਆਂ ਗਈਆਂ, ਵੇਜ ਰੇਟ ਬਹੁਤ ਘੱਟ ਨੇ। ਔਰ ਇਸ ਕਰਕੇ ਹਰ ਬੰਦੇ ਦੀ ਜਿਹਦੇ ਕੋਲ ਮਾੜਾ ਮੋਟਾ ਸਾਧਨ ਆ, ਕੋਸ਼ਿਸ਼ ਕਰ ਮੈਂ ਇੱਥੋਂ ਨਿਕਲ ਜਾਵਾਂ। ਇੱਥੋਂ ਤੱਕ ਕਿ ਸਾਡੇ ਬੱਚੇ ਵਾਰ ਜ਼ੋਨ 'ਚ ਵੀ ਨੌਕਰੀ ਕਰਨ ਨੂੰ ਤਿਆਰ ਨੇ। ਮੁਹਿੰਮ ਦੇ ਵਿੱਚ ਹਰ ਬੰਦਾ ਆਰਥਿਕ ਤੌਰ ਦੇ ਉੱਤੇ, ਸਮਾਜਿਕ ਤੌਰ ਦੇ ਉੱਤੇ ਅਤੇ ਰਾਜਨੀਤਿਕ ਤੌਰ 'ਤੇ ਹੋਣ ਵਾਲੇ ਜਿਹੜੇ ਬਦਲਾਅ ਨੇ ਉਹਨਾਂ ਬਾਰੇ ਸਮਝ ਰੱਖਦਾ ਹੈ ਅਤੇ ਹੋਣੀ ਵੀ ਚਾਹੀਦੀ ਹੈ। ਪਰ ਜਿਹੜਾ ਇੱਕ ਸੰਦਰਭ ਹੈ ਜਿਹਨੂੰ ਅਸੀਂ ਸਮਾਜਿਕ, ਜਿਹਨੂੰ ਅਸੀਂ ਗਲੋਬਲ ਜਾਂ ਸੰਸਾਰਿਕ ਪੱਧਰ ਦੇਖਦੇ ਹਾਂ, ਉਹਦੇ 'ਤੇ ਸਾਨੂੰ ਕੁਛ ਸਮਝ ਰੱਖਣੀ ਪਏਗੀ ਤਾਂ ਕਿ ਅਸੀਂ ਇਹਨੂੰ ਬਿਹਤਰ ਤਰੀਕੇ ਦੇ ਨਾਲ ਇਸ ਨੂੰ ਲੀਡ ਕਰ ਸਕੀਏ। ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜਿਹੜੀਆਂ ਦਰਪੇਸ਼ ਚੁਣੌਤੀਆਂ ਨੇ, ਅਸੀਂ ਉਹਨਾਂ ਨੂੰ ਬਿਹਤਰ ਸਮਝ ਦੇ ਨਾਲ ਉਹਨਾਂ ਨੂੰ ਅਸੀਂ ਸੁਲਝਾ ਸਕੀਏ। ਇਹਨਾਂ ਦੇ ਵਿੱਚੋਂ ਕੁਛ ਜਿਹੜੀਆਂ ਚੁਣੌਤੀਆਂ ਨੇ ਉਹ ਇਹ ਨੇ ਕਿ ਅਗਰ ਇਹ ਕਾਨੂੰਨ ਰੱਦ ਵੀ ਹੋ ਜਾਂਦੇ ਨੇ, ਕੀ ਜਿਹੜੀ ਸਾਡੀ ਕਿਰਸਾਨੀ ਆ ਉਹ ਬਚਦੀ ਹੈ?
ਤਾਂ ਫਿਰ ਜਦੋਂ ਮੈਂ ਇਹਦੀ ਡੈਪਥ ਦੇ ਵਿੱਚ ਗਿਆ ਤਾਂ ਪਤਾ ਲੱਗਿਆ ਕਿ ਪੰਜਾਬ ਕੋਲੇ 1.5% ਐਗਰੀਕਲਚਰ ਲੈਂਡ ਹੈ ਇੰਡੀਆ ਦੀ ਜੀ। ਤੇ ਜਿਹੜਾ ਪੈਸਟੀਸਾਈਡ ਪੈਂਦਾ ਇੱਥੇ 18% ਪੈਂਦਾ ਹੈ। ਇਹ ਕਾਲੇ ਪੀਲੀਏ, ਇਹ ਕੈਂਸਰ, ਇਹ ਸਭ ਕੁਝ ਸਾਨੂੰ ਹੀ ਹੋਣੇ, ਕਿਸੇ ਹੋਰ ਨੂੰ ਨਹੀਂ ਹੋਣੇ। ਬਿਲਕੁਲ ਸਹੀ ਗੱਲ। ਤਾਂ ਮਰ जाएंगे ਅਸੀਂ ਐ ਤਾਂ। पहले जो आज तो 30 साल से ना पंजाब में दूध की नदी बहती है, पंजाब ये है, पंजाब के नौजवान ये हैं, पंजाब का बड़ा अच्छा है, तो उसको उल्टा कर लेना चाहिए। आज सभी जो बुराई है ना, सभी जो गलत चीज़ें वो पंजाब में होती हैं। खेती ਦੇ ਮਿਆਰ ਨੂੰ ਡਿਵੈਲਪ ਕਰਨ ਲਈ ਇਨੀਸ਼ੀਅਲ ਟਾਈਮ ਤੋਂ ਜਾਂ ਅੰਗਰੇਜ਼ਾਂ ਦੇ ਸਮੇਂ ਤੋਂ ਬਣਾਏ ਗਏ ਕਾਨੂੰਨ ਸੀਗੇ, ਉਹਨਾਂ ਦੇ ਵਿੱਚ ਬਹੁਤਾ ਕੋਈ ਵਾਧਾ ਨਹੀਂ ਹੋਇਆ। ਤਾਂ ਇੱਕ ਰਿਫਾਰਮ ਦੇ ਰੂਪ ਦੇ ਵਿੱਚ ਜਿਵੇਂ 2000 ਦਾ ਜਦੋਂ ਸਵਾਮੀਨਾਥਨ ਰਿਪੋਰਟ ਆਈ ਸਨ 2000 ਦੇ ਵਿੱਚ, ਤੇ ਉਹਦੇ ਵਿੱਚ ਜੋ ਚੀਜ਼ਾਂ ਅੱਗੇ ਆਈਆਂ ਤੇ ਜੋ ਉਹਨਾਂ ਨੇ ਰეკਮੈਂਡੇਸ਼ਨ ਦਿੱਤੀਆਂ, ਉਹਨੂੰ ਲਾਗੂ ਕਰਾਉਣ ਦੀ ਬਹੁਤ ਪੁਰਾਣੇ ਚਿਰ ਤੋਂ ਜੋ ਹੈ ਜਦੋਜਹਿਦ ਚੱਲ ਰਹੀ ਸੀ। ਲੇਕਿਨ ਇੱਕ ਪ੍ਰੋਪਰ ਐਕਟ ਜਾਂ ਲਾਅ ਜਿਹੜਾ ਲਿਆਉਣ ਦੀ ਜ਼ਰੂਰਤ ਸੀ ਖੇਤੀ ਦੇ ਮਿਆਰ ਨੂੰ ਚੱਕਣ ਦੇ ਲਈ, ਉਹਦੀ ਆਸ ਤਾਂ ਬਹੁਤ ਲੋਕ ਕਰ ਰਹੇ ਸੀ। ਪਰ ਜਿਸ ਰੂਪ ਦੇ ਵਿੱਚ ਸਰਕਾਰ ਨੇ ਇਹ 3 ਐਕਟ ਬਣਾਏ ਨੇ ਤੇ ਜੋ ਐਕਟ ਲੈ ਕੇ ਆਏ ਨੇ, ਇਹਨਾਂ ਦਾ ਜੋ ਮੈਂ ਕਹਾਂਗਾ ਕਿ ਇੱਕ ਤਰ੍ਹਾਂ ਦੇ ਵਿੱਚ ਕਾਸਮੈਟਿਕ ਰੂਪ ਦੇ ਵਿੱਚ ਇਹਨੂੰ ਇਸ ਤਰੀਕੇ ਨਾਲ ਪੋਰਟਰੇ ਕੀਤਾ ਜਾ ਰਿਹਾ ਵੀ ਇਹ ਕਿਸਾਨਾਂ ਦੇ ਪੱਖੀ ਨੇ, ਕਿਸਾਨਾਂ ਦੇ ਹਿਤੈਸ਼ੀ ਐਕਟ ਨੇ। कि जो हम कानून लाए हैं उस कानून लाने का अधिकार भारत सरकार को है, यह मैं पहले भी कह चुका हूँ। और दूसरा, ये जो मिनिमम मूल्य वाला आश्वासन एक्ट है, इसमें किसान को सिर्फ फायदा ही फायदा है। ਉਹ ਚੀਜ਼ਾਂ ਜਦੋਂ ਐਕਟ ਨੂੰ ਗੋ ਥਰੂ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਇਹ ਜਾਪਦਾ ਹੈ ਵੀ ਇਹ ਐਕਟ ਬੜੇ ਹੀ ਹੇਸਟੀ ਮੈਨਰ ਦੇ ਵਿੱਚ, ਬੜੀ ਜਲਦਬਾਜ਼ੀ ਦੇ ਵਿੱਚ, ਜੇ ਕਿਸੇ ਨੂੰ ਕਹੀਏ ਵੀ ਪ੍ਰੋਟੈਕਸ਼ਨ ਜਾਂ ਬੈਨੀਫਿਟ ਦੇਣ ਲਈ ਬਣਾਏ ਨੇ ਤਾਂ ਕਿਤੇ ਨਾ ਕਿਤੇ ਕਾਰਪੋਰੇਟ ਨੂੰ ਜੋ ਹੈ ਬੈਨੀਫਿਟ ਦੇਣ ਲਈ ਬਣਾਏ ਗਏ ਨੇ। ਹੁਣ ਮੈਨੂੰ ਦੱਸੋ ਕਿ ਗੱਲ ਹੋ ਰਹੀ ਆ ਕਿ ਸਾਡਾ ਜਿਹੜਾ ਜ਼ਮੀਨ ਨਾਲ ਸੰਬੰਧ ਹੈ, ਜਿਹੜਾ ਸਾਨੂੰ ਇਸ ਦੇਸ਼ ਵਿੱਚ ਭਾਗੀਦਾਰ ਬਣਾਉਂਦੀ ਹੈ ਕਿ ਲੋ ਜੀ ਅਸੀਂ ਵੀ ਭਾਗੀਦਾਰ ਹਾਂ ਇਸ ਦੇਸ਼ ਵਿੱਚ, ਕਿਉਂਕਿ ਸਾਡਾ ਵੀ ਇਸ ਦੇਸ਼ ਦੀ ਜ਼ਮੀਨ ਦਾ ਹੀ ਸਾਡਾ ਹਿੱਸਾ ਹੈ ਤੇ ਅਸੀਂ ਤੇ ਸਾਡੀ ਜ਼ਮੀਨ ਇਸ ਦੇਸ਼ ਦੇ ਭਾਗੀਦਾਰ ਆ। ਇਹ ਕਿੰਨੀ ਵੱਡੀ ਗੱਲ ਆ, ਕਿੰਨੀ ਵੱਡੀ ਮਤਲਬ ਯੂਨੀਅਨ ਹੈ ਇਸ ਦੇ ਵਿੱਚ ਦੇਸ਼ ਦੇ ਲੋਕਾਂ ਦੀ। ਤੋ ਉਹਨੂੰ ਤੋੜ ਰਹੇ ਹੈ बुरी तरह। सरकार की मंशा ये है कि हमारे खेत भी छीन लिए जाएं। कॉन्ट्रैक्ट खेती जिसको ठेकेदारी की खेती कहा जाए, उद्योगपति अगर खेती करेंगे किसान के खेत के ऊपर तो किसान को किसान के ही खेत के ऊपर मजदूर बना के, बंधुआ मजदूर बना के काम करवाया जाएगा। ਜਿਉਂ ਹੀ ਇਹ 3 ਕਾਨੂੰਨ ਬਣੇ ਔਰ ਇਹਦੇ ਵਿੱਚ ਜਦੋਂ ਇਹ ਹੋਇਆ ਕਿ ਇਹ ਤੇ ਹੁਣ ਜ਼ਮੀਨਾਂ ਖੁੱਸਣ ਲੱਗੀਆਂ, ਅਸੀਂ ਤੇ ਘਰੋਂ ਬੇਕਾਰ ਹੋਣ ਲੱਗੇ, ਪਿੰਡ ਵਿਕ ਜਾਣਗੇ, ਗਿਰਵੀ ਹੋ ਜਾਣਗੇ ਔਰ ਕਿਸਾਨ ਆਪਣੀਆਂ ਹੀ ਜ਼ਮੀਨਾਂ ਦੇ ਉੱਤੇ ਕੰਮ ਤੇ ਕਰਨਗੇ, ਮਾਲਕ ਦੇ ਤੌਰ ਤੇ ਨਹੀਂ, ਕੋਈ ਮਜ਼ਦੂਰ ਦੇ ਤੌਰ ਤੇ ਕੰਮ ਕਰੂਗਾ, ਕੋਈ ਮਜ਼ਾਰੇ ਦੇ ਤੌਰ ਤੇ ਕੰਮ ਕਰੂਗਾ। आलू और प्याज 2 ऐसे सब्जी है जो पूरा साल आम जनता द्वारा इस्तेमाल किया जाता है। होता क्या है, जब किसान अपनी सब्जी पैदा करता है, आलू और प्याज बेचने जाता है तो उसको 2 रुपये किलो भाव, 4 रुपये किलो भाव मिलता है। वही प्याज 4 महीने बाद जब स्टोरियों के अंदर चला जाता है गोदामों में, तो वही प्याज 40 रुपये किलो मिलता है। मतलब किल्लत पैदा की जाती है, किल्लत होती नहीं है। ਜਦੋਂ ਅੰਗਰੇਜ਼ ਆਏ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਪੈਸੇ ਕਮਾਣੇ ਸੀਗੇ ਤੇ ਪੈਸੇ ਕਮਾਉਣਾ ਸੀ ਕੰਜ਼ਿਊਮਰਿਜ਼ਮ ਦੇ ਆਧਾਰ ਤੇ ਉਹਨਾਂ ਨੇ ਕਈ ਚੀਜ਼ਾਂ ਨਵੀਆਂ ਲਾਈਆਂ, ਜਿਵੇਂ ਚਾਹ ਦੀ ਇੱਲਤ ਲਾਈ, ਡਾਲਡੇ ਦੀ ਇੱਲਤ ਲਾਈ, ਹੈ ਜੀ, ਇਹ ਚੀਜ਼ਾਂ ਦੀ ਇੱਲਤ ਸਾਨੂੰ ਲਾਈ ਵੀ ਸਸਤਾ ਹੋਰਾਂ ਨਾਲੋਂ ਤੇ ਇਸਤੇਮਾਲ ਕਰੋ, ਚਾਹ ਨਾਲ ਅੱਖਾਂ ਖੁੱਲ੍ਹਦੀਆਂ ਵਗੈਰਾ ਵਗੈਰਾ ਵਗੈਰਾ। ਇਸ ਤੋਂ ਬਿਨਾਂ ਉਸਨੇ ਜੁੱਤੀਆਂ ਦੇ ਕਾਰਖਾਨੇ ਲਾਤੇ, ਜਿਵੇਂ ਬਾਟਾ ਆ ਗਿਆ, ਹੈ ਜੀ। ਇਸੇ ਤਰ੍ਹਾਂ ਉਹਨੇ ਸਾਬਣ ਦੇ ਤਰ੍ਹਾਂ ਤਰ੍ਹਾਂ ਦੇ, ਹੋਰ ਸ਼ਿੰਗਾਰ ਦੇ, ਹਾਰ ਸ਼ਿੰਗਾਰ ਦੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ। ਗਹਿਣੇ ਤਾਂ ਸੁਨਿਆਰੇ ਪਹਿਲਾਂ ਹੀ ਬਣਾਉਂਦੇ ਸੀ, ਕੱਪੜੇ ਪਹਿਲਾਂ ਵੀ ਬੜੇ ਸੀਗੇ, ਲੇਕਿਨ ਉਹਨਾਂ ਨੇ ਪਹਿਲਾਂ ਸਸਤੇ ਲਿਆਂਦੇ, ਫਿਰ ਟੈਰਲਿਨ ਮਹਿੰਗੀ ਹੋ गई बाद ਚ। जैसे जियो आया उसने सारे मोबाइल को खत्म कर दिया, ऐसे ही बड़े बड़े लोग आएंगे, छोटे किसानों को, छोटे मजदूरों को, जिसको हम MSME भी कह देते हैं, जिसको मोदी साहब बहुत बढ़ाना चाहते हैं, तो उसे खत्म कर दिया जाएगा। मतलब कि ਉਹਨਾਂ ਨੇ ਦਸਤਕਾਰਾਂ ਦੇ ਕੰਮ ਖੋਏ, ਜ਼ਮੀਨ ਦੇ ਕੰਮ ਨਹੀਂ ਸੀ ਖੋ ਸਕੇ। ਉਹ ਦਸਤਕਾਰਾਂ ਦੇ ਖੋਲੇ, ਉਹ ਅਨਐਮਪਲਾਇਡ ਹੋ ਗਏ। ਜਦੋਂ ਅਨਐਮਪਲਾਇਡ ਹੋਏ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੀਆਂ ਮੁਸੀਬਤਾਂ ਦਾ ਕਾਰਨ ਜੱਟ ਜ਼ਿਮੀਂਦਾਰ ਹੈ,
ਹਾਲਾਂਕਿ ਉਹਨਾਂ ਦੇ ਮੁਸੀਬਤਾਂ ਦਾ ਕਾਰਨ ਜੱਟ ਜ਼ਿਮੀਂਦਾਰ ਨਹੀਂ ਸੀ, ਉਹਨਾਂ ਨੇ ਜਿਹੜੀ ਇੰਡਸਟਰੀ ਲਾ ਕੇ ਉਹਨਾਂ ਨੂੰ ਬੇਕਾਰ ਕਰਤਾ ਸੀ ਉਹ ਸੀਗਾ। ਤੇ ਹੁਣ ਇਹ ਜੱਟ ਜ਼ਿਮੀਂਦਾਰ ਦੀ ਜ਼ਮੀਨ ਵੀ ਖੋ ਕੇ ਉਸ ਨੂੰ ਉਸੇ ਬੇਰੁਜ਼ਗਾਰ ਤੇ ਆਰਥਿਕ ਤੌਰ ਤੇ ਅਪੰਗ ਕੀਤੇ ਹੋਏ ਦਸਤਕਾਰ ਵਰਗਾ ਬਣਾਉਣਾ ਚਾਹੁੰਦੇ ਆ ਕਿ ਜਿਵੇਂ ਉਹਨਾਂ ਦੇ ਰੁਜ਼ਗਾਰ ਦੇ ਸਾਧਨ ਇਹਨਾਂ ਨੇ ਖੋਲ੍ਹੇ ਇੰਡਸਟਰੀ ਬਣਾ ਕੇ। ਹੁਣ ਇਹ ਵੱਡੀ ਇੰਡਸਟਰੀ ਜਿਹੜੀ ਹੈ ਕਿ 1000 ਏਕੜ ਤੇ ਸਿਰਫ 4 ਬੰਦੇ ਬਹੁਤ ਹੈ ਜਿਹੜੀਆਂ ਧੜਵੈਲ ਮਸ਼ੀਨਾਂ ਨੂੰ ਚਲਾਉਂਦੇ ਤੇ ਕੰਮ ਹੋਈ ਜਾਂਦਾ। ਜਿੱਥੇ 1000 ਏਕੜ ਤੇ ਅੱਜ ਹੋ ਸਕਦਾ ਹੈ ਕਿ 500 ਬੰਦੇ ਪਲਦੇ ਹੋਣ, ਉੱਥੇ ਸਿਰਫ 4 ਬੰਦੇ ਰਹਿਣਗੇ। ਰਾਈਟ। ਟ੍ਰੇਡ ਐਂਡ ਕਮਰਸ ਜਿਹੜਾ ਐਕਟ ਹੈ ਉਹਨੂੰ ਇੱਕ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਉਹ ਫ੍ਰੀ ਮਾਰਕੀਟ ਅਵੇਲ ਕਰਾਊਗਾ ਐਗਰੀਕਲਚਰ ਸੈਕਟਰ ਨੂੰ। ਕਿਸਾਨਾਂ ਨੂੰ ਮਾਰਕੀਟ ਅਵੇਲ ਹੋਊਗੀ, ਚਾਹੇ ਇੰਟਰਸਟੇਟ, ਚਾਹੇ ਇੰਟਰਾਸਟੇਟ ਜਾਂ ਇੰਟਰਸਟੇਟ, ਦੋਨੇ ਰੂਪ ਦੇ ਵਿੱਚ ਵੀ। ਦੇਸ਼ ਦੇ ਵਿੱਚ ਆਪਦੀ ਸਟੇਟ ਦੇ ਵਿੱਚ ਵੀ ਕਿਸੇ ਵੀ ਡਿਸਟ੍ਰਿਕਟ ਕਿਤੇ ਵੀ ਕਿਸਾਨ ਆਪਦੀ ਜੋ ਹੈ ਉਪਜ ਨੂੰ ਵੇਚ ਸਕਦਾ, ਜਾਂ ਫਿਰ ਉਹ ਦੇਸ਼ ਦੇ ਕਿਸੇ ਵੀ ਹੋਰ ਰਾਜ ਦੇ ਵਿੱਚ ਵੀ ਆਪਦੀ ਉਪਜ ਨੂੰ ਵੇਚ ਸਕਦਾ। ਤਾਂ ਜੋ ਪਹਿਲਾਂ ਸੀਗਾ ਉਹ APMC ਐਕਟ ਸੀਗਾ, ਜਿਹਨੂੰ ਹਜੇ ਰਿਪੀਲ ਨਹੀਂ ਕੀਤਾ ਗਿਆ। ਬਾਰ-ਬਾਰ ਸਟੇਟ ਦਾ ਇਹੀ, ਸੈਂਟਰ ਦਾ ਇਹੀ ਕਹਿਣਾ ਵੀ ਇਹ ਐਕਟ ਵੀ ਲਾਗੂ ਹੈ, ਤੁਹਾਡੀਆਂ ਮੰਡੀਆਂ ਉਸੇ ਤਰ੍ਹਾਂ प्रोटेक्टेड ने, ਇਹਨਾਂ ਨਾਲ ਕੋਈ छेड़खानी नहीं करूँगा। किसानों के साथ दशकों से हो रहे अन्याय को दूर करने की इच्छा शक्ति हमारी सरकार ने दिखाई है। APMC एक्ट में बदलाव के बाद अब किसानों को भी उनके अधिकार हासिल होंगे। किसान अब जिसे चाहे, जहां चाहे और जब चाहे अपनी फसल अपनी शर्तों पर, किसान की शर्तों पर वो फसल बेच सकते हैं। पर हुण मौजूदा स्ट्रक्चर ਨੂੰ ਸਮਝਣਾ ਪਏਗਾ ਤੁਹਾਨੂੰ ਵੀ ਐਗਰੀਕਲਚਰ ਜਿਹੜਾ ਪ੍ਰੋਡਿਊਸ ਹੈ ਇਸ ਟਾਈਮ ਤੇ APMC ਦੀ ਜਿਹੜੀ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਨੇ ਇਸ ਐਕਟ ਦੇ ਅੰਡਰ ਬਣੀਆਂ ਹੋਈਆਂ, ਉਹਨਾਂ ਦੀ ਮੋਨੋਪੋਲੀ ਹੈ ਇਸ ਸਮੇਂ। ਤੇ ਉਹ ਮੋਨੋਪੋਲੀ ਹਾਲਾਂਕਿ ਚਾਹੇ ਬੈਟਰ ਕਰ ਰਹੀ ਹੈ, ਕਿਸਾਨਾਂ ਦਾ ਫਾਇਦਾ ਕਰ ਰਹੀ ਹੈ ਜਾਂ ਨਹੀਂ ਕਰ ਰਹੀ, ਪਰ ਇੱਕ ਰੂਪ ਦੇ ਵਿੱਚ ਇਹ ਮੋਨੋਪੋਲੀ ਜ਼ਰੂਰ ਖਤਮ ਹੋ ਜਾਊਗੀ ਇਹ ਨਵੇਂ ਐਕਟ ਦੇ ਆਉਣ ਦੇ ਨਾਲ, क्योंकि ओपन मार्केट अवेल कर देती है। जो कॉन्ट्रैक्ट खेती के जो नियम बनाए हैं इन्होंने, वो ऐसे बनाए गए हैं कि उसकी फसल का रेशो ऐसा रखा गया है कि चावल की लंबाई इतनी होनी चाहिए, मोटाई इतनी होनी चाहिए, कपास की रेशे की लंबाई इतनी होनी चाहिए, मोटाई इतनी होनी चाहिए। अगर वो सारे गुण अगर फसल में नहीं पाए तो जो कॉन्ट्रैक्टर है वो फसल नहीं लेगा, तो किसान फसल कहाँ बेचेगा। ਜਿਹੜੀ ਜ਼ਮੀਨ ਦੇ ਉੱਤੇ ਖੇਤੀ ਹੋ ਰਹੀ ਆ, ਜਿੱਥੋਂ ਸਾਨੂੰ ਅਨਾਜ ਪੈਦਾ ਹੋ ਰਿਹਾ, ਉਹ ਸਾਡੀ ਦਿਨੋਂ ਦਿਨ ਅਸੀਂ ਘਟਾ ਰਹੇ ਹਾਂ, ਘਟ ਰਹੀ ਹੈ, ਪਰ ਜਿਹੜੇ ਖਾਣ ਵਾਲੇ ਲੋਕ ਨੇ ਉਹ ਜ਼ਿਆਦਾ ਵੱਧ ਰਹੇ ਨੇ। ਇਸ ਚੀਜ਼ ਨੂੰ ਸੰਸਾਰ ਦੀ ਨੂੰ ਦਿਮਾਗ ਵਿੱਚ ਰੱਖ ਕੇ ਜਿਹੜੀ ਮੌਨਸੈਂਟੋ ਕੰਪਨੀ ਹੈ ਇੱਕ ਅਮਰੀਕਾ ਦੀ, ਉਹ ਇਹ ਕਹਿ ਰਹੀ ਹੈ ਕਿ ਅਸੀਂ ਇੱਕ ਇਹੋ ਜਿਹੇ ਬੀਜ ਤਿਆਰ ਕਰਾਂਗੀਆਂ ਜਿਹਦੇ ਵਿੱਚ ਆਪਾਂ ਭਾਰਤ ਦੇ ਵਿੱਚ ਸਨ 2002 ਦੇ ਵਿੱਚ BT ਕਾਟਨ ਕਰਕੇ ਇੰਟਰੋਡਿਊਸ ਕੀਤਾ ਗਿਆ ਸੀ। BT ਕਾਟਨ ਜਿਹੜੀ ਹੈਗੀ, BT ਕਾਟਨ ਦੇ ਉੱਤੇ ਬਾਅਦ ਵਿੱਚ ਜਦੋਂ ਸਰਕਾਰ ਨੇ ਦੇਖਿਆ ਕਿ ਜਿਹੜੇ ਇਹਦੇ ਪ੍ਰਾਈਸ ਨੇ ਉਹ ਇੰਨੇ ਜ਼ਿਆਦਾ ਹਾਈ ਨੇ ਕਿ ਕਿਸਾਨਾਂ ਨੂੰ ਖਰੀਦਣਾ ਤੇ ਉਹਨੂੰ ਬੀਜਣਾ ਬਹੁਤ ਜ਼ਿਆਦਾ ਔਖਾ ਹੋ ਰਿਹਾ, ਉਹਨਾਂ ਨੇ ਫਿਰ ਉਹਦੇ ਤੇ ਪ੍ਰਾਈਸ ਕੰਟਰੋਲ ਲੈ ਕੇ। ਮਤਲਬ ਕਿ ਇਹ ਹੈ ਕਿ ਕਾਰਪੋਰੇਟ ਦੇ ਉੱਤੇ ਜਿੰਨੀ ਦੇਰ ਤੱਕ ਸਰਕਾਰੀ ਚੈੱਕ ਨਹੀਂ ਹੈਗਾ, ਜਿੰਨੀ ਦੇਰ ਤੱਕ ਸਰਕਾਰ ਉਹਨੂੰ ਆਪਣੇ ਕੰਟਰੋਲ 'ਚ ਨਹੀਂ ਰੱਖਦੀ, ਉਹ ਕਿਸਾਨਾਂ ਦੇ ਲਈ ਹਮੇਸ਼ਾ ਹਾਨੀਕਾਰਕ ਹੀ ਰਿਹਾ। दूसरी हमारी नरमे की फसल हाईब्रिड वगैरह ख़त्म हो रही थी, तो उसमें एक चमत्कार आया, BT कॉटन। ऐसा हुआ कि BT 1 आया, फिर BT 2 लेने लगे, BT 1 तो फेल हो गया। असी क्या होने चलेगा चक्कर, BT 3 4 चलेगा। पहले कहते थे एक स्प्रे से हो जाएगा ठीक, तो आज की तारीख में वही BT 20 स्प्रेहों पर पहुंच गया। ਜਿਹੜਾ ਮੌਨਸੈਂਟੋ ਦਾ ਜਿਹੜਾ ਅਮਰੀਕਨ ਮਾਡਲ ਆ, ਉਹਦੇ ਤੇ ਕਿਸਾਨਾਂ ਦਾ ਕਨਫਲਿਕਟ ਬਹੁਤ ਤਕੜੇ ਰਿਹਾ, ਬਹੁਤ ਲੰਬੇ ਦੌਰ ਤੇ ਰਿਹਾ, ਜਿਹਦਾ ਭਾਰਤੀ ਸੰਦਰਭ ਦੇ ਵਿੱਚ ਕਿਸੇ ਵੀ ਅਖਬਾਰ ਨੇ ਵਿਸ਼ਲੇਸ਼ਣ ਨਹੀਂ ਕੀਤਾ। ਨਰਮੇ ਦਾ ਘਟੀਆ ਬੀਜ ਦੇਣ ਵਾਲੀ ਮੌਨਸੈਂਟੋ ਕੰਪਨੀ ਮੁਰਦਾਬਾਦ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਪੇਟੈਂਟ ਲੈ ਕੇ ਆਏ ਬੀਜਾਂ ਦੇ। ਉਹ ਬੀਜਾਂ ਦੇ ਪੇਟੈਂਟ ਵਿੱਚ ਕੀ ਹੈ ਕਿ ਬੀਜ ਕੇ ਜਿਹੜੀ ਫਸਲ ਹੋਈ, ਉਹ ਫਸਲ ਦੇ ਵਿੱਚ ਕਿਸਾਨ ਬੀਜ ਨਹੀਂ ਰੱਖ ਸਕਦਾ, ਕਿਉਂਕਿ ਉਹ ਬੀਜ ਅਗਲੀ ਵਾਰ ਫਸਲ ਨਹੀਂ ਪੈਦਾ ਕਰ ਸਕਦਾ। ਨਪੁੰਸਕ ਆ ਬੀਜ ਉਹ। ਤੁਸੀਂ ਉਸ ਬੀਜ ਨੂੰ ਜੇ ਦੁਬਾਰਾ ਬੀਜਦੇ ਹੋ, ਉਹ 'ਚੋਂ ਫਸਲ ਨਹੀਂ ਹੁੰਦੀ। ਮਤਲਬ ਕਿ ਹਰ ਸਾਲ ਕਿਸਾਨ ਨੂੰ ਜਿਹੜਾ ਬੀਜ ਆ ਉਹ ਕੰਪਨੀ ਤੋਂ ਖਰੀਦਣਾ ਪਊਗਾ। ਜੇ ਉਹ ਕੰਪਨੀ ਤੋਂ ਬੀਜ ਖਰੀਦਦਾ ਆ, ਇਹਦਾ ਮਤਲਬ ਹਰ ਸਾਲ ਉਹਨੂੰ ਕੰਪਨੀ ਤੋਂ ਬੀਜ ਖਰੀਦਣਾ ਪਊ।
ਉਸ ਦੀ ਵਧੀਆ ਪੈਦਾਵਾਰ ਦੇ ਲਈ, ਕਿਉਂਕਿ ਉਹ ਕਹਿ ਰਹੇ ਨੇ ਕਿ ਜੇ ਦੁਨੀਆ ਦਾ ਪਾਪੂਲੇਸ਼ਨ ਵੱਧ ਰਹੀ ਆ ਤੇ ਸਾਨੂੰ ਪਰ ਹੈਕਟੇਅਰ ਜਿਹੜੀ ਸਾਡੇ ਕੋਲੇ ਫਸਲ ਦੀ ਉਪਜ ਹੋ ਰਹੀ ਉਹ ਵੀ ਵਧਣੀ ਚਾਹੀਦੀ। ਜੇ ਫਸਲ ਦੀ ਉਪਜ ਵਧਣੀ ਚਾਹੀਦੀ ਤਾਂ ਸਾਨੂੰ ਉਹਨਾਂ ਤੋਂ ਹੀ ਅਸੀਂ ਰਿਓ ਖਰੀਦਣਾ, ਅਸੀਂ ਉਹਨਾਂ ਤੋਂ ਹੀ ਸਪਰੇਹਾਂ ਖਰੀਦਣੀਆਂ ਨੇ। ਸਿੱਧੇ ਜਾਂ ਅਸਿੱਧੇ ਤੌਰ ਤੇ ਕਿਸਾਨ ਨੂੰ ਕੰਪਨੀ ਦਾ ਗੁਲਾਮ ਬਣਾਉਣਾ ਹੈ कि फसल भी गई और नाल कर्जा भी दे गई। फिर किसान खेत में जाता है, जिसने 5 किले है 5 किले ठेके में कॉन्ट्रैक्ट में लिया है, जब उसने एक बड़ा नक्शा बना रखा है, हम इससे इतना की कॉटन हो जाएगी, हम इतना हो जाएगा, हम ये कर देंगे। जब वो खेत में जाता है, देखता है कैसे करता है, फिर जो स्प्रे उस पर छिड़कनी होती है फिर वो पी लेता है, तो जहाँ ही लुट के जाता है। ਇਹਦੇ ਵਿੱਚ ਅਹਿਮ ਰੂਪ ਦੇ ਵਿੱਚ 5 ਚੈਪਟਰ ਨੇ ਤੇ 20 ਸੈਕਸ਼ਨ ਨੇ ਇਸ ਐਕਟ ਦੇ ਵਿੱਚ, ਜਿਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਮੰਡੀਆਂ ਨੂੰ ਬਾਈਪਾਸ ਕਰਨ ਵਾਲਾ ਐਕਟ ਹੈ ਇਹ। ਤਾਂ ਮੰਡੀਆਂ ਨੂੰ ਬਾਈਪਾਸ ਕਰਨ ਵਾਲਾ ਜਿਹੜਾ ਐਕਟ ਹੈ ਅਹਿਮ ਰੂਪ ਦੇ ਵਿੱਚ ਪਹਿਲੇ ਜਿਹੜੇ ਇਹਦੇ ਪ੍ਰੀਲਿਮਿਨਰੀ ਚੈਪਟਰ ਹੈ ਉਹ ਡੀਲ ਕਰਦਾ ਡੈਫੀਨੇਸ਼ਨਸ ਦੇ ਨਾਲ, ਜਿਹਦੇ ਵਿੱਚ ਉਹਨੇ ਫਾਰਮਰ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਟਰੇਡਰਸ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਐਗਰੀਕਲਚਰ ਪ੍ਰੋਡਿਊਸ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਅੱਗੇ ਜਾ ਕੇ ਜਿਹੜਾ ਇਹਨਾਂ ਦਾ ਸਪਿਰਿਟ ਹੈ ਉਹ ਐਕਟ ਦੀ ਲਾਗੂ ਕੀਤੀ ਜਾਵੇ। ਹੁਣ ਇਹ ਟ੍ਰੇਡ ਨੂੰ ਪ੍ਰਮੋਟ ਕਰ ਰਿਹਾ, ਨਾ ਕਿ ਫਾਰਮਿੰਗ ਨੂੰ ਪ੍ਰਮੋਟ ਕਰ ਰਿਹਾ। ਟ੍ਰੇਡ ਨੂੰ ਵੀ ਕਿਸ ਰੂਪ 'ਚ ਡਿਜੀਟਲ ਫਾਰਮ ਦੇ ਵਿੱਚ ਪ੍ਰਮੋਟ ਕਰਨ ਦੀ ਗੱਲ ਕਰਦੇ ਨੇ ਇਹ, ਵੀ ਤੁਹਾਨੂੰ ਡਿਜੀਟਲੀ ਜਿਹੜੀਆਂ ਸੇਲ ਐਂਡ ਪਰਚੇਜ਼ ਆਫ ਐਗਰੀਕਲਚਰ ਪ੍ਰੋਡਿਊਸ ਹੋਊਗੀ ਉਹ ਆਨਲਾਈਨ ਰੂਪ ਦੇ ਵਿੱਚ ਕੀਤੀ ਜਾਊਗੀ, ਉਹਦਾ ਆਨਲਾਈਨ ਡਾਟਾ ਮੇਨਟੇਨ ਕੀਤਾ ਜਾਊਗਾ। ਤੇ ਉਹਦੇ ਵਿੱਚ ਇਹ ਆਨਲਾਈਨ ਕਰਨ ਵਾਲਿਆਂ ਨੂੰ, ਟ੍ਰੇਡਰਸ ਨੂੰ ਕੀ ਰਿਕੁਆਇਰਮੈਂਟਾਂ ਹੋਣਗੀਆਂ, ਉਹਨਾਂ ਨੂੰ ਪੈਨ ਕਾਰਡ ਹੀ ਸਫੀਸ਼ੀਐਂਟ ਫਿਲਹਾਲ ਜੋ ਐਕਟ ਹਜੇ ਕਹਿੰਦਾ ਵੀ ਇਹ ਇਕੱਲਾ ਪੈਨ ਕਾਰਡ ਹੀ ਹੋਵੇ ਤਾਂ ਯੂ ਕੈਨ ਐਂਟਰ ਇਨਟੂ ਦਾ ਟ੍ਰੇਡ ਆਫ ਐਗਰੀਕਲਚਰ ਪ੍ਰੋਡਿਊਸ। ਤੇ ਜੇ ਆਉਣ ਵਾਲੇ ਸਮੇਂ 'ਚ ਸਰਕਾਰ ਕਹਿੰਦੀ ਹੈ ਵੀ ਅਸੀਂ ਹੋਰ ਗਾਈਡਲਾਈਨਸ ਜਾਂ ਪਾਲਿਸੀਜ਼ ਫਾਰਮੂਲੇਟ ਕਰਾਂਗੇ ਵੀ ਕਿਵੇਂ ਇਸ ਟ੍ਰੇਡ ਨੂੰ ਰੈਗੂਲੇਟ ਕੀਤਾ ਜਾਵੇ। ਜਿਵੇਂ ਪੇਟੀਐਮ ਦੀ ਇਹਨਾਂ ਨੇ ਆਨਲਾਈਨ ਜਿਹੜੀ ਮਨੀ ਟ੍ਰਾਂਜੈਕਸ਼ਨਸ ਨੂੰ ਪਰਮਿਟ ਕੀਤਾ ਪਿਛਲੇ ਕੁਝ ਸਾਲਾਂ ਦੇ ਵਿੱਚ, ਤੇ ਉਹਨੂੰ ਹੌਲੀ ਹੌਲੀ ਹਜੇ ਤੱਕ ਜੋ ਹੈ ਉਹਨੂੰ ਰੈਗੂਲੇਟ ਕਰਨ ਦਾ ਕੋਈ ਪ੍ਰੋਪਰ ਇਹਨਾਂ ਨੇ ਹਜੇ ਤੱਕ ਨਤੀਜਾ ਨਹੀਂ ਕੱਢਿਆ। दुनिया में कहीं भी प्रोड्यूसर वो कामयाब है जिसकी मोनोपोली है। किसी चीज़ का भी प्रोड्यूसर है, ये फार्मूला है कि दुनिया में प्रोड्यूसर फेल होता है जिसकी मोनोपोली नहीं, वो कंपटीशन में कामयाब नहीं होता। और उसका असर किस पे होता है? कंज्यूमर पे। फ़ायदा कौन बचाता है? जिसको आप बिचौलिया ट्रेडर कहते हैं। पहले तो ट्रेडर था थोड़ा 17 लाख, उससे किसान टकरा जाता था, अब तो 5-4 आ जाएंगे, 5-4 कंपनी रहेगी वर्ल्ड में, जिसका ये सारी वर्ल्ड पे 59% शेयर है ग्लोबल मार्केट में, तो उसका कैसे किसान मुकाबला करेगा? ਬਖਤਰਬੰਦ ਗੱਡੀਆਂ ਵਾਂਗੂ ਮਾਰਚ ਕਰਦੇ ਆ ਰਹੇ ਸੀ ਸਾਰੇ ਪੰਜਾਬ ਤੋਂ। ਉਹ ਦੇਖਣ ਵਾਲਾ ਸੀਨ ਸੀ ਬਹੁਤ ਜ਼ਬਰਦਸਤ, ਕਿ ਜਿਵੇਂ ਆਰਮੀ ਕੂਚ ਕਰਦੀ ਇੱਕ ਕੈਂਪ 'ਚੋਂ ਦੂਜੇ ਕੈਂਪ 'ਚ, ਉਸ ਤਰ੍ਹਾਂ ਸੀ। ਪਰ ਉਹਨਾਂ ਨੂੰ ਇਹ ਸੀ ਵੀ ਅਸੀਂ ਉੱਥੇ ਹੀ, ਅਸੀਂ ਇੱਕ ਡਿਸਿਪਲਿਨਡ ਆਰਮੀ ਵਾਂਗੂ ਅਸੀਂ ਉੱਥੇ ਹੀ ਬੈਠ ਜਾਣਾ। ਹੋਇਆ ਇੰਜ ਕਿ ਜਿਹੜੇ ਤੁਹਾਡੇ ਵਰਗੇ ਜਾਂ ਸਾਰੇ ਹੋਰ ਨੌਜਵਾਨ ਸੀ, ਯੂਥ ਸੀਗਾ, ਜਿਹੜਾ ਬੜੀ ਦੇਰ ਦਾ ਇਸ ਤਰਾਸਦੀ ਵਿੱਚੋਂ ਦੀ ਲੰਘ ਰਿਹਾ ਸੀ, ਔਰ ਉਹਨੂੰ ਸਮਝ ਪੈ ਗਈ ਸੀ ਕਿ ਇਹ ਲੜਾਈ ਤਿੱਖੀ ਹੈ, ਸਾਨੂੰ ਜ਼ਬਰਦਸਤ ਢੰਗ ਦੇ ਨਾਲ ਲੜਾਈ ਲੜਨੀ ਪੈਣੀ ਆ। ਧੱਕੇਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ, ਸਾਡਾ ਹੱਕ ਹੈ। ਅਸੀਂ ਪਹੁੰਚੇ ਹਾਂ ਤੇ ਯੂਥ ਜਿਹੜਾ ਸੀ 250-200 ਯੂਥ, ਉਹ ਚਾਹੁੰਦਾ ਸੀਗਾ ਕਿ ਜਿਹੜੇ 7 ਕਿਸਮ ਦੇ ਲੈਵਲ ਦੀ ਉਹਨਾਂ ਨੇ ਬੈਰੀਕੇਡਿੰਗ ਕੀਤੀ ਹੈ, ਉਸ ਨੂੰ ਅਸੀਂ ਕ੍ਰੋਸ ਕਰਕੇ, ਜਿਵੇਂ ਅਸੀਂ ਸ਼ੰਭੂ ਬਾਰਡਰ ਤੋਂ ਨਿਕਲ ਗਏ ਹਾਂ, ਅਸੀਂ ਉੱਥੋਂ ਵੀ ਟਿਕਰੀ ਬਾਰਡਰ ਤੋਂ ਵੀ ਨਿਕਲ ਕੇ ਅੱਗੇ ਜਾਣਾ। ਇਹ ਸੀਗਾ। ਅਸੀਂ ਉਹਨਾਂ ਨੂੰ ਰੋਕ ਰਹੇ ਸੀ ਕਿਉਂਕਿ ਸਾਨੂੰ ਕੁਝ ਜਰਨਲਿਸਟਾਂ ਨੇ, ਹੋਰਨਾਂ ਨੇ ਕੰਨ 'ਚ ਪਾ ਦਿੱਤਾ ਕਿ ਜੇ ਤੁਸੀਂ ਇੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਗੋਲੀ ਚੱਲੂਗੀ। ਸਾਡੀ ਜਾਣੀ ਇੰਨੀ ਐਨਰਜੀ ਲੱਗੀ ਉਹ ਕਿ ਉਹਨਾਂ ਨੂੰ ਸਮਝਾਉਣ ਦੀ, ਠੰਡਾ ਕਰਨ ਦੀ ਕਿ ਭਰਾਓ ਜੇ ਜਾਣਾ ਹੀ ਆ ਤੇ ਅਜੇ ਅਸੀਂ ਬਹੁਤ ਥੋੜ੍ਹੇ ਅੱਗੇ ਆਏ ਹਾਂ, ਪਿਛਲੀਆਂ ਅਜੇ ਬਹੁਤ ਸਾਰੀਆਂ ਹਜ਼ਾਰਾਂ ਟਰਾਲੀਆਂ ਹੋਰ ਆ ਰਹੀਆਂ, ਫਿਰ ਇੱਕ ਅਸੀਂ ਹੜ੍ਹ ਦੇ ਰੂਪ 'ਚ ਅੱਗੇ ਚਲੇ ਜਾਂਗੇ, ਕਿੰਨਿਆਂ ਕੁ ਨੂੰ ਮਾਰਨਗੇ। ਦੇਸ਼ ਦੀ ਜਿਹੜੀ ਗੈਰ ਕਿਸਾਨੀ ਜਮਾਤ ਹੈ, ਜਿਹੜੀ ਨੀਵੇਂ ਲੈਵਲ ਦੀ ਹੈ, ਨੀਵੇਂ ਪੱਧਰ ਦੀ, ਉਹ ਸਾਰੀ ਜਿਹੜੀ ਹੈ ਕਮਿਟ ਨਹੀਂ ਹੈ, ਜਿਹੜਾ ਵੀ ਕੋਈ ਰਾਜਾ ਆਉਂਦਾ ਉਹਦੇ ਪਿੱਛੇ ਲੱਗ ਜਾਂਦੀ ਹੈ। ਨਤੀਜਾ ਹੋਇਆ ਕਿ ਜਦੋਂ ਤੁਰਕ ਆਏ ਤਾਂ ਉਹ ਤੁਰਕਾਂ ਪਿੱਛੇ ਲੱਗ ਗਏ ਸੀ। ਇਹ ਸਿਚੁਏਸ਼ਨ ਇਹਨਾਂ ਨੇ ਫੇਰ ਕ੍ਰੀਏਟ ਕਰਤੀ ਹੈ। ਹੁਣ ਕੱਲ੍ਹ ਨੂੰ ਖੁਦਾ ਨਾ ਖਾਸਤਾ ਕੋਈ ਬਾਹਰ ਦੀ ਪਾਵਰ ਐਸੀ ਆ ਜਾਏ ਤਾਂ ਲੋਕਾਂ ਨੇ ਤਾਂ ਉਹਨਾਂ ਨਾਲ ਮਿਲ ਕੇ ਇਹਨਾਂ ਨੂੰ ਕੁੱਟਣ ਲੱਗ ਪੈਣਾ
ਦੇਸ਼ 'ਚ ਘਰੋਗੀ ਜੰਗ ਸ਼ੁਰੂ ਹੋ ਜਾਣੀ ਹੈ, ਜਿਵੇਂ ਕਿ ਤੁਰਕਾਂ ਵੇਲੇ ਹੋਈ ਸੀ, ਜਿਵੇਂ ਅੰਗਰੇਜ਼ਾਂ ਵੇਲੇ ਵੀ ਹੋਈ ਆ। ਅੰਗਰੇਜ਼ਾਂ ਦਾ ਵੀ ਕਿਹਨੇ ਸਾਥ ਦਿੱਤਾ? ਇਨੇ ਤਾਕਤਾਂ ਨੇ ਸਾਥ ਦਿੱਤਾ। ਕਿਉਂਕਿ ਸਾਡਾ ਫੈਸਲਾ ਇਹ ਸੀਗਾ ਕਿ ਅਸੀਂ ਦਿੱਲੀ ਜਾਣਾ, ਉੱਥੇ ਰੁਕਣ ਦਾ ਫੈਸਲਾ ਨਹੀਂ ਸੀ। ਪਰ ਕਿਉਂਕਿ ਉਹਨਾਂ ਨੇ ਬੈਰੀਕੇਡਿੰਗ ਐਡੀ ਜ਼ਬਰਦਸਤ ਕੀਤੀ ਸੀ ਔਰ 4 ਕਿਸਮ ਦੀ ਡਿਫੈਂਸ ਫੋਰਸਿਸ ਤੇ ਮੈਂ ਦੇਖੇ, ਰੈਪਿਡ ਐਕਸ਼ਨ ਫੋਰਸ ਸੀਗੀ, BSF ਸੀਗੀ, ਕਈ ਕਿਸਮ ਦੀਆਂ ਫੋਰਸਿਸ ਉੱਥੇ, ਦਿੱਲੀ ਪੁਲਿਸ ਸੀਗੀ, ਹੋਰ ਵੀ CRF ਵੀ ਸੀਗੀ। ਇਹ ਸਾਰੀਆਂ ਫੋਰਸਿਸ ਨੂੰ ਅਲੱਗ-ਅਲੱਗ ਜਗ੍ਹਾ ਤੇ ਖੜਾ ਕਰਕੇ ਉਹਨਾਂ ਨੇ ਤਾਇਨਾਤ ਕੀਤਾ ਸੀ। ਅਸੀਂ ਅਜੇ ਇਹੋ ਜਿਹੀਆਂ ਗੱਲਾਂ ਕਰ ਹੀ ਰਹੇ ਸੀ ਤੇ ਉਹਨਾਂ ਨੇ ਸਾਨੂੰ ਜਾਣੀ ਘੰਟਾ ਕੇ ਸਵੇਰ ਦੇ ਮੇਰੇ ਖਿਆਲ 10-11 ਵਜੇ ਹੋਣਗੇ, ਉਹਨਾਂ ਨੇ ਇਹ ਟੀਅਰ ਗੈਸ ਛੱਲ ਬੜੇ ਜ਼ਬਰਦਸਤ ਢੰਗ ਨਾਲ ਸ਼ੁਰੂ ਕੀਤੇ। ਮੇਰੇ ਵੀ ਇੱਕ ਇੱਥੇ ਲੱਗਾ, ਪੱਗ ਨੂੰ ਮੇਰੀ ਅੱਗ ਲੱਗ ਗਈ, ਹੋਰ ਜ਼ਖਮ ਹੋ ਗਿਆ, ਜਾਣੀ ਜੈਕਟ ਸੜ ਗਈ, ਸਾਰਾ ਕੁਝ। ਉਹ ਤਾਂ ਨੈਚੁਰਲ ਸੀ ਕਿਉਂਕਿ ਅਸੀਂ ਅੱਗੇ ਸੀ, ਰੋਕਣ ਵਾਲਿਆਂ ਸੀ ਤੇ ਤੁਸੀਂ ਪਹਿਲਾਂ ਹੀ ਟਾਰਗੇਟ ਹੋਣਾ ਸੀਗਾ। 2 ਵਜੇ ਤੋਂ ਬਾਅਦ ਇਹੋ ਜਿਹਾ ਫੈਸਲਾ ਆ ਗਿਆ, ਸਰਕਾਰ ਨੇ ਫੈਸਲਾ ਕਰ ਲਿਆ ਕਿ ਉਹ ਤੇ ਸਾਰੀ GT ਰੋਡ ਜੈਮ ਹੋ ਗਈ। ਉਹ ਬਹੁਤ ਵੱਡੀ ਗਿਣਤੀ 'ਚ ਫੌਜਾਂ ਆ ਕੇ ਉਤਰ ਗਈਆਂ, ਉਹ ਤੇ 8-10 ਕਿਲੋਮੀਟਰ ਟਰਾਲੀਆਂ ਲੰਬਾ ਹੀ ਹੋ ਗਿਆ। ਤੇ ਕਿਵੇਂ ਉਹਨਾਂ ਨੂੰ ਇਸ ਤਰ੍ਹਾਂ ਕਰੋ ਕਿ ਇੱਕ ਨਿਰੰਕਾਰੀਆਂ ਦੇ ਅੱਗੇ ਬਰਾੜੀ ਜਗ੍ਹਾ ਹੈਗੀ ਆ ਦਿੱਲੀ ਦੇ ਬਾਹਰ, ਬਿਲਕੁਲ ਰਿੰਗ ਰੋਡ ਦੇ ਨਾਲ, ਕਿ ਉੱਥੇ ਉਹਨਾਂ ਨੂੰ ਉੱਥੇ ਸਾਰਿਆਂ ਨੂੰ ਇਕੱਠੇ ਕਰਕੇ ਬਿਠਾ ਦਿਓ ਤੇ ਸਰਕਾਰ ਉਹਨਾਂ ਨੂੰ ਸਾਰੀਆਂ ਫੈਸਿਲਿਟੀਜ਼ ਮੁਹੱਈਆ ਕਰਨਗੀਆਂ। ਉਦੋਂ ਤੱਕ ਫਿਰ ਇਹ ਹੋਇਆ ਕਿ ਸਾਰੇ ਜਿਹੜੇ ਸਾਡੇ ਸਾਥੀ ਸੀਗੇ ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਨਹੀਂ, ਇੱਥੇ ਹੀ ਅਸੀਂ ਡਟਾਂਗੇ। ਕਿਸਾਨ ਦਾ ਬੇਟਾ ਤਾਂ ਜੂਝੂਗਾ ਮਰੂਗਾ, ਮਜ਼ਦੂਰ ਦੇ ਬੇਟੇ ਨੂੰ ਭਾਵੇਂ ਉਹ ਜੂਝੇ ਵੀ ਉਸਦੇ 'ਚੋਂ ਸਪਿਰਿਟ ਨਹੀਂ ਆਉਂਦੀ ਕਿਉਂਕਿ ਉਹਦੇ ਕੋਲ ਮਾਲਕੀ ਕਿਸੇ ਚੀਜ਼ ਦੀ ਨਹੀਂ ਹੈ। ਮਜ਼ਦੂਰ ਤਾਂ ਕਹਿੰਦਾ ਕੋਈ ਰਾਜਾ ਆਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੇਰੇ ਉਹਨੇ ਵੀ ਛਿੱਤਰ ਮਾਰਨੇ, ਉਹਨੇ ਵੀ ਛਿੱਤਰ ਮਾਰਨੇ ਹੈ ਜੀ, ਕੋਈ ਰਾਜਾ ਬਣੇ ਮੈਨੂੰ ਤਾਂ ਫਰਕ ਨਹੀਂ ਪੈਂਦਾ।